ਭਗਤ ਸਿੰਘ ਨੇ ਉਦੋਂ ਵੀ ਇਹ ਗੱਲ ਕਹੀ ਸੀ, ਆਰਥਿਕ ਲੜਾਈ, ਆਰਥਿਕ ਆਜ਼ਾਦੀ ਦੀ ਜੰਗ ਲੜਨੀ ਪੈਣੀ ਹੈ। ਇਹ ਸਾਰੇ ਦੇ ਸਾਰੇ ਕਾਨੂੰਨ ਗੈਟ ਚੋਂ ਨਿਕਲ ਕੇ ਆਏ ਆ ਔਰ ਗੈਟ ਦੇ ਉੱਤੇ WTO ਭਾਰੂ ਹੈ ਔਰ ਉਹ WTO ਦੇ ਉੱਤੇ ਵਰਲਡ ਬੈਂਕ ਭਾਰੂ ਹੈ। ਹਕੀਕਤ ਦੇਸ਼ ਦੇ ਨਾਗਰਿਕਾਂ ਨੂੰ ਕਿਸੇ ਪੋਲੀਟੀਕਲ ਨੇ ਨਹੀਂ ਦੱਸੀ। ਨੌਜਵਾਨਾਂ ਨੂੰ ਇਹ ਲੜਾਈ ਆ ਜਿਹੜੀ ਆਪਾਂ ਲੜ ਰਹੇ ਹਾਂ ਇਹਨੂੰ ਲੜਨਾ ਪੈਣਾ ਔਰ ਇਹਨਾਂ ਦੀ ਲੜਾਈ ਹੈ, ਅਸੀਂ ਲੜ ਰਹੇ ਹਾਂ। ਕੱਲ ਨੂੰ ਸਾਡੀ ਮੌਤ ਹੋ ਜਾਂਦੀ ਹੈ ਫਿਰ ਅਸੀਂ ਮੋਰਚਾ ਖੜ ਜੂਗਾ। ਅੰਦੋਲਨ ਨੂੰ ਕਿਵੇਂ ਲੜਨਾ ਹੈ, ਕਿਵੇਂ ਅੱਗੇ ਤੋਰਨਾ ਹੈ, ਕਿਵੇਂ ਇਹਨੂੰ ਜਿੱਤਣਾ ਹੈ, ਇੰਨਾ ਸਿੱਖਣ ਦੀ ਲੋੜ ਹੈ। ਉੱਥੇ ਕੁਛ ਨਾ ਕੁਛ ਸੱਟ ਵੱਜੀ ਨਜ਼ਰ ਆ ਰਹੀ ਹੈ, ਤਾਂ ਹੀ ਤੜਫੀ ਹੈ ਇਹ BJP। ਭਗਤ ਸਿੰਘ ਨੇ ਸਾਮਰਾਜਵਾਦ ਤੋਂ ਸਮਾਜਵਾਦ ਤੱਕ ਦੀ ਲੜਾਈ ਲੜੀ ਤੇ ਇਸ ਵੇਲੇ ਭਾਰਤ ਦੇ ਵਿੱਚ ਇੱਕ ਲੜਾਈ ਹੋਰ ਲੜੀ ਜਾ ਰਹੀ ਹੈ, ਜਿਹੜੇ ਆਪਣੇ ਹੀ ਲੋਕਾਂ ਦੇ ਸਾਮਰਾਜਵਾਦ ਤੋਂ ਸਮਾਜਵਾਦ ਵੱਲ ਕਦਮ ਵਧਾਉਣ ਦੇ ਲਈ ਲੜੀ ਜਾ ਰਹੀ ਹੈ। ਇਹ ਲੜਾਈ ਹੈ ਕਿਸਾਨ ਅੰਦੋਲਨ ਦੀ, ਜਿਹਨੂੰ ਜਨ ਅੰਦੋਲਨ ਵੀ ਕਿਹਾ ਜਾ ਰਿਹਾ। ਇਸ ਵੇਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਰੀ ਸਾਡੇ ਨਾਲ ਮੌਜੂਦ ਨੇ। ਡੱਲੇਵਾਲ ਸਾਹਿਬ, ਇੱਕ ਲੜਾਈ ਭਗਤ ਸਿੰਘ ਦੀ ਤੇ ਇੱਕ ਲੜਾਈ ਭਗਤ ਸਿੰਘ ਦੇ ਅਗਲੇ ਵਾਰਸਾਂ ਦੀ, ਕੀ ਲੱਗਦਾ ਹੈ ਕਿ ਉਸ ਲੜਾਈ ਦੇ ਵਿੱਚ ਜਿਹੜਾ ਭਗਤ ਸਿੰਘ ਨੇ ਆਪਣੀ ਜਾਨ ਕੁਰਬਾਨ ਕੀਤੀ ਤੇ ਆਜ਼ਾਦੀ ਦਿਵਾਤੀ, ਤੇ ਉਸ ਆਜ਼ਾਦੀ ਤੋਂ ਬਾਅਦ ਜਿਹੜੇ ਸੁਪਨੇ ਦੇਖੇ ਸੀਗੇ ਕਿ ਇਦਾਂ ਦਾ ਆਜ਼ਾਦ ਮੁਲਕ ਹੋਏਗਾ, ਆਹ ਕੁਝ ਮੇਰੇ ਲੋਕਾਂ ਨੂੰ ਮਿਲੇਗਾ, ਉਹ ਸੁਪਨੇ ਪੂਰੇ ਹੁੰਦੇ ਨਜ਼ਰ ਆ ਰਹੇ ਆ ਜਾਂ ਸੁਪਨੇ ਇੰਨੇ ਕੁ ਚਕਨਾਚੂਰ ਹੋ ਗਏ ਕਿ ਉਹਦੇ ਵਾਰਸਾਂ ਨੂੰ ਵੀ ਇੱਕ ਵਾਰ ਫੇਰ ਲੜਾਈ ਵਿੱਢਣੀ ਪੈ ਰਹੀ ਹੈ? ਭਗਤ ਸਿੰਘ ਨੇ ਉਦੋਂ ਵੀ ਇਹ ਗੱਲ ਕਹੀ ਸੀ ਕਿ ਲੋਕਾਂ ਨੂੰ ਹਜੇ ਆਰਥਿਕ ਲੜਾਈ, ਆਰਥਿਕ ਆਜ਼ਾਦੀ ਦੀ ਜੰਗ ਲੜਨੀ ਪੈਣੀ ਹੈ। ਉਹ ਅੱਜ ਖੜੀ ਹੈ ਸਾਹਮਣੇ ਲੋਕਾਂ ਦੇ। ਅੱਜ ਸਰਕਾਰ ਲੋਕਾਂ ਦੇ ਕੋਲੋਂ ਉਹਨਾਂ ਦੀ ਹੋਂਦ ਖੋਹਣ ਲੱਗੀ ਹੈ, ਉਹਨਾਂ ਦੀ ਪ੍ਰਾਪਰਟੀ ਜ਼ਮੀਨ ਖੋਹਣ ਲੱਗੀ ਹੈ, ਸਾਰੇ ਕੁਦਰਤੀ ਸੋਮੇ ਖੋਹਣ ਲੱਗੀ ਹੈ, ਆਮ ਲੋਕਾਂ ਦੇ ਕੋਲੋਂ ਮੂੰਹ ਦਾ ਨਿਵਾਲਾ ਖੋਹਣ ਲੱਗੀ ਹੈ। ਇਸ ਲੜਾਈ ਨੂੰ ਕਿਉਂ ਆਇਆ ਇਹ ਸਾਰਾ ਕੁਝ? ਇੱਥੇ ਲੋਕਾਂ ਨੂੰ ਲੋੜ ਆ ਸਮਝਣ ਦੀ ਕਿ ਜੇਕਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੇ ਗੋਰੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਹੈ ਤਾਂ ਅੱਜ ਸਾਨੂੰ ਕਾਲੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜਨ ਦੀ ਲੋੜ ਹੈ। ਇਹ ਜਿਹੜੇ ਕਾਨੂੰਨ ਨਿਕਲ ਕੇ ਆਏ ਨੇ ਇਹ ਸਾਰੇ ਦੇ ਸਾਰੇ ਕਾਨੂੰਨ ਗੈਟ ਚੋਂ ਨਿਕਲ ਕੇ ਆਏ ਆ ਔਰ ਗੈਟ ਦੇ ਉੱਤੇ WTO ਭਾਰੂ ਹੈ ਔਰ ਉਹ WTO ਦੇ ਉੱਤੇ ਵਰਲਡ ਬੈਂਕ ਭਾਰੂ ਹੈ। ਇਸ ਕਰਕੇ ਮਗਰਲੇ ਪਾਸੇ ਜੋ ਨੀਤੀ ਹੈ, ਜੋ ਪਾਲਿਸੀ ਹੈ, ਉਹ ਹੀ ਖੜੀ ਹੈ। ਉਹਨਾਂ ਦੇ ਖਿਲਾਫ, ਉਹਨਾਂ ਲੋਕਾਂ ਦੇ ਖਿਲਾਫ ਲੜਾਈ ਅੱਜ ਵੀ ਜਾਰੀ ਹੈ ਔਰ ਸਾਡੇ ਨੌਜਵਾਨ ਨੂੰ, ਸਾਡੇ ਕਿਸਾਨ ਨੂੰ, ਸਾਡੇ ਮਜ਼ਦੂਰ ਨੂੰ, ਹਰ ਦੁਕਾਨਦਾਰ ਨੂੰ ਇਸ ਲੜਾਈ ਦੇ ਵਿੱਚ ਲੜਨ ਲਈ ਨਾਲ ਖੜੇ ਹੋਣ ਦੀ ਲੋੜ ਪੈਣੀ ਹੈ ਔਰ ਇਹੀ ਇਸ ਰੈਲੀ ਦਾ ਮੇਨ ਸੁਨੇਹਾ ਹੈ। ਅੱਛਾ, ਇੱਕ ਚੀਜ਼ ਹੋ ਰਿਹਾ, ਤੁਸੀਂ ਕਿਹਾ ਵੱਡੀਆਂ ਵੱਡੀਆਂ ਤਾਕਤਾਂ, ਵਿਸ਼ਵ ਦੇ ਵੱਡੇ ਵੱਡੇ ਸੰਗਠਨ ਜਿਹੜੇ ਆ ਉਹ ਸਾਰੀਆਂ ਚੀਜ਼ਾਂ ਪਿੱਛੇ ਖੜੇ ਆ। ਫਿਰ ਅਸੀਂ ਇਸ ਮੁਲਕ ਦੇ ਵਿੱਚ ਜਦੋਂ ਚੁਣਦੇ ਆ ਆਪਣੀ ਸਰਕਾਰ, ਕਿ ਚੁਣਨ ਲੱਗਿਆਂ ਗਲਤੀ ਕਰਦੇ ਆ ਜਾਂ ਜਿਹੜੀ ਮਰਜ਼ੀ ਸਰਕਾਰ ਚੁਣ ਲਈ ਹੈ, ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾ ਲਈਏ, ਸੱਤਾ ਦੇ ਵਿੱਚ ਆਣ ਕੇ ਉਹਨੇ ਆਹੀ ਕੰਮ ਕਰਨੇ ਆ, ਫਿਰ ਲੜਾਈ ਸਾਨੂੰ ਹੋਰ ਵੱਡੀ ਲੜਨੀ ਪਏਗੀ? ਹਾਂ, ਅਸਲ ਗੱਲ ਆ ਹੈ ਜੀ, ਅਸੀਂ ਸਾਡੇ ਦੇਸ਼ ਦੇ ਅੰਦਰ ਅੱਜ ਤੱਕ ਕੋਈ ਵੀ ਚੁਣਾਵ, ਕੋਈ ਵੀ ਚੋਣ ਸਹੀ ਮੁੱਦਿਆਂ ਤੇ ਕਦੇ ਹੋਈ ਨਹੀਂ। ਮੈਂ ਬੜਾ ਕਈ ਵਾਰੀ ਮੇਰਾ ਮਨ ਪਰੇਸ਼ਾਨ ਹੁੰਦਾ ਹੈ ਕਿ ਯਾਰ ਹਕੀਕਤ ਦੇਸ਼ ਦੇ ਨਾਗਰਿਕਾਂ ਨੂੰ ਕਿਸੇ ਪੋਲੀਟੀਕਲ ਨੇ ਨਹੀਂ ਦੱਸੀ। ਗੈਟ ਤੇ ਸਾਈਨ ਕਿਵੇਂ ਹੋਏ, ਕਿਵੇਂ ਦਬਾਅ ਬਣਾਇਆ ਗਿਆ ਦੇਸ਼ ਦੇ ਉੱਤੇ ਔਰ ਉਹਦੇ ਸਾਈਨ ਹੋਏ, ਉਹ ਸਾਰਾ ਕੁਝ ਸਾਡੇ ਲੋਕਾਂ ਨੂੰ ਨਹੀਂ ਪਤਾ, ਨਹੀਂ ਦੱਸਿਆ ਗਿਆ। ਇਹਦਾ ਮਤਲਬ ਲੋਕਾਂ ਨੂੰ ਹਨੇਰੇ 'ਚ ਰੱਖਿਆ ਜਾ ਰਿਹਾ ਹੈ। ਲੋਕਾਂ ਦੀ ਲੜਾਈ, ਅੰਦੋਲਨ ਕਿਸ ਗੱਲ ਤੇ ਹੈ? ਮੈਂ ਕਾਂਗਰਸੀ ਹਾਂ, ਮੈਂ BJP ਹਾਂ, ਮੈਂ ਆਮ ਆਦਮੀ ਹਾਂ, ਮੈਂ ਅਕਾਲੀ ਹਾਂ, ਸਿਰਫ ਇੱਥੋਂ ਤੱਕ ਸੀਮਿਤ ਖੜੇ ਹਾਂ। ਲੋਕ ਹਕੀਕਤ ਨਾਲ, ਹਕੀਕਤ ਨੂੰ ਸਮਝ ਕੇ, ਹਕੀਕਤ ਨਾਲ ਜੁੜ ਕੇ ਲੜਾਈ ਅੱਜ ਤੱਕ ਕੋਈ ਵੀ ਇਲੈਕਸ਼ਨ ਲੋਕਾਂ ਨੇ ਨਹੀਂ ਲੜੀ। ਇੱਕ ਤਾਂ ਇਹ ਸਾਡੀ ਤਰਾਸਦੀ ਹੈ। ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅੰਦੋਲਨ, ਜਿਹੜੀ ਲੜਾਈ ਹੈ ਉਹ ਤਕੜੇ ਹੋ ਕੇ ਲੜਨੀ ਪੈਣੀ ਹੈ ਔਰ ਉਹਦੇ ਲਈ ਅਸੀਂ ਏਕਤਾ ਬਣਾਉਣ ਦੀ ਲੋੜ ਹੈ ਸਾਨੂੰ, ਔਰ ਉਹਦੇ ਤੇ ਸਾਨੂੰ ਸਮਝਣਾ ਪੈਣਾ ਹੈ ਕਿ ਲੜਾਈ ਹੈ ਕੀ। ਇਹਨੂੰ ਸਮਝਣ ਦੀ ਬਹੁਤ ਵੱਡੀ ਲੋੜ ਹੈ। ਅੱਜ ਜਿਵੇਂ ਭਗਤ ਸਿੰਘ ਦੀ ਲੜਾਈ ਪਿੱਛੇ ਜਾਰੀ ਸੀ, ਉਵੇਂ ਹੀ ਅੱਜ ਹਜੇ ਸਾਹਮਣੇ ਉਹੀ ਕੁਝ ਖੜਾ ਹੈ ਔਰ ਉਹਦੇ ਤੇ ਲੜਾਈ ਲੜਨ ਦੀ ਲੋੜ ਹੈ। ਅੱਛਾ, ਇਸ ਅੰਦੋਲਨ ਤੋਂ ਉਮੀਦਾਂ ਬਹੁਤ ਸਾਰੀਆਂ ਨੇ। ਇਸ ਮੁਲਕ ਦੇ ਲੋਕਾਂ ਨੂੰ ਵੀ ਵੱਡੀਆਂ ਉਮੀਦਾਂ ਜਾਗ ਪਈਆਂ, ਵਿਸ਼ਵ ਪੱਧਰ ਤੇ ਵੀ ਉਮੀਦਾਂ ਜਾਗ ਪਈਆਂ। ਜਦੋਂ ਕੈਨੇਡਾ 'ਚ
ਆਵਾਜ਼ਾਂ ਉੱਠਦੀਆਂ ਨੇ, ਅਮਰੀਕਾ 'ਚੋਂ ਆਵਾਜ਼ਾਂ ਉੱਠਦੀਆਂ। ਉਹ ਮੁਲਕ ਜਿਹੜੇ WTO ਦੇ ਜਿਹੜੇ ਦਾਅਵੇ ਆ ਉਹਨਾਂ ਦੇ ਉੱਤੇ ਬਿਲਕੁਲ ਪੈਰਲਲ ਤੁਰਦੇ ਪਏ ਆ, ਉਹਦੀਆਂ ਸ਼ਰਤਾਂ ਮੁਤਾਬਕ ਕੰਮ ਕਰਦੇ ਪਏ। ਤੇ ਜਦੋਂ ਵਿਸ਼ਵ ਪੱਧਰ ਤੇ ਆਵਾਜ਼ਾਂ ਉੱਠਦੀਆਂ, ਲੱਗਦਾ ਕਿ ਇਸ ਅੰਦੋਲਨ ਨੇ ਵਿਸ਼ਵ ਦੇ ਬਾਕੀ ਮੁਲਕਾਂ ਦੇ ਕਿਸਾਨਾਂ ਨੂੰ, ਲੋਕਾਂ ਨੂੰ ਉਹ ਰਾਹ ਦਿਖਾ ਦਿੱਤੀ ਹੈ ਜਿਹਦੇ ਤੇ ਤੁਰਨ ਦੀ ਉਹਨਾਂ ਨੂੰ ਪਹਿਲਾਂ ਵੀ ਲੋੜ ਸੀ, ਹੁਣ ਵੀ ਲੋੜ ਹੈਗੀ ਹੈ ਜੇ ਬਚਣਾ ਹੈ ਭਵਿੱਖ 'ਚ। ਮੈਂ ਤੁਹਾਨੂੰ ਯਾਦ ਕਰਾਵਾਂਗਾ, 4 ਮਹੀਨੇ ਜਿਸ ਵੇਲੇ ਗੇਟ ਤੇ ਸਾਈਨ ਹੋ ਰਹੇ ਸੀ ਨਾ, ਕੀਤਾ ਹੈ, ਉਸ ਵੇਲੇ SP ਸ਼ੁਕਲਾ ਨੇ ਬਹੁਤ ਪ੍ਰਚਾਰ ਕੀਤਾ ਕਿ ਸਾਨੂੰ ਇਹਦੇ ਮੈਂਬਰ ਨਹੀਂ ਬਣਨਾ ਚਾਹੀਦਾ। ਦੇਸ਼ ਵਿਸ਼ਵਾਸ ਦੇ ਵਰਲਡ ਦੇ ਵਿੱਚੋਂ 77 ਮੁਲਕ ਸਾਡੇ ਨਾਲ ਸਹਿਮਤ ਹੋ ਗਏ ਕਿ ਸਾਨੂੰ ਇਹਦੇ ਮੈਂਬਰ ਨਹੀਂ ਬਣਨਾ ਚਾਹੀਦਾ। ਸਾਰਾ ਸਰਮਾਇਆ ਇਸ ਔਰ ਉਹ 77 ਮੁਲਕ ਅਗਰ ਉਸ ਵੇਲੇ ਭਾਰਤ ਦਾ ਮੈਂਬਰ ਨਾ ਬਣਦਾ ਤਾਂ ਉਹ 77 ਮੁਲਕ ਵੀ ਕਦੇ ਵੀ ਇਹਦੇ ਮੈਂਬਰ ਨਾ ਬਣਦੇ, ਤੇ ਫਿਰ ਉਹ ਵੀ ਭਾਰਤ ਨੇ ਡੋਬਿਆ ਹੈ। ਅਗਲੀ ਗੱਲ, ਉਸ ਵੇਲੇ ਵਰਲਡ ਬੈਂਕ ਦੀ ਚਿੱਠੀ ਭਾਰਤ ਸਰਕਾਰ ਨੂੰ ਜਿਹੜੀ ਆਈ ਕਿ SP ਸ਼ੁਕਲਾ ਨੂੰ ਹਟਾਓ, ਅਨਵਰ ਹੁੱਡਾ ਨੂੰ ਲਾਇਆ ਜਾਵੇ, ਉਹ ਇਸੇ ਗੱਲ 'ਚੋਂ ਆਈ ਸੀ ਕਿ ਇਹ ਆਦਮੀ ਤੇ ਬਹੁਤ ਗਲਤ ਪ੍ਰਚਾਰ ਕਰ ਰਿਹਾ ਹੈ। ਅਗਰ ਭਾਰਤ ਦਾ ਮੈਂਬਰ ਬਣ ਜੇ ਤਾਂ ਉਹ 77 ਵੀ ਬਣਨਗੇ ਔਰ ਉਹਨੂੰ ਭਾਰਤ ਨੂੰ ਪਹਿਲਾ ਮੈਂਬਰ ਬਣਾਇਆ ਗਿਆ। ਕਿਉਂ? ਕਿਉਂਕਿ ਜਦੋਂ ਭਾਰਤ ਮੈਂਬਰ ਬਣੂਗਾ ਉਹ 77 ਨੂੰ ਕੁਝ ਕਹਿਣ ਦੀ ਲੋੜ ਨਹੀਂ ਪਊਗੀ। 77 ਆਪਣੇ ਆਪ ਹੀ ਸਮਝ ਜਾਣਗੇ ਕਿ ਭਾਰਤ ਜੇ ਮੈਂਬਰ ਬਣ ਗਿਆ ਤਾਂ ਇਹਦਾ ਮਤਲਬ ਸਾਰਾ ਕੁਝ ਠੀਕ ਹੈ। ਸੋ ਇਸ ਲਈ ਬੜੀ ਲੰਬੀ ਚਾਲ, ਬੜਾ ਕੁਝ ਲੜਿਆ ਗਿਆ। ਅੱਜ ਵੀ ਲੋਕ ਸਮਝ ਰਹੇ ਆ ਕੋਈ ਸਾਰਾ ਦੇ ਸਾਰਾ ਵਰਲਡ ਗੈਟ ਦਾ ਮੈਂਬਰ ਨਹੀਂ ਹੈ। ਬਹੁਤ ਸਾਰੇ ਕੰਟਰੀ ਹੈ ਜਿਹੜੇ ਗੈਟ ਨਾਲ ਕੋਈ ਸੰਬੰਧ ਨਹੀਂ ਉਹਨਾਂ ਦਾ। ਚਾਈਨਾ ਕਿੰਨੀ ਵਾਰੀ ਗੈਟ ਦਾ ਮੈਂਬਰ ਬਣਿਆ, ਕਿੰਨੀ ਵਾਰੀ ਬਾਹਰ ਆਇਆ ਹੈ। ਔਰ ਉਸੇ ਤਰ੍ਹਾਂ ਭਾਰਤ ਨੂੰ ਵੀ ਅੱਜ ਗੈਟ ਚੋਂ ਬਾਹਰ ਆਉਣ ਦੀ ਲੋੜ ਹੈ ਅਗਰ ਦੇਸ਼ ਨੂੰ ਬਚਾਉਣਾ ਹੈ। ਲੜਾਈ ਬਹੁਤ ਵੱਡੀ ਹੈ, ਮਨੋਰਥ ਵੀ ਬਹੁਤ ਵੱਡਾ ਆ। ਲੱਗਦਾ ਕਿ ਜਦੋਂ ਲੜਾਈ ਵੱਡੀ ਹੋਵੇ, ਮਨੋਰਥ ਵੱਡੇ ਹੋਣ, ਤੇ ਫਿਰ ਜਿਹੜੀਆਂ ਛੋਟੀਆਂ ਚੀਜ਼ਾਂ ਵਿੱਚੋਂ ਨਿਕਲ ਕੇ ਆਉਂਦੀਆਂ, ਕਈ ਵਾਰੀ ਉਹ ਰਾਹ ਦੇ ਵਿੱਚ ਬੜੇ ਵੱਡੇ ਰੋੜੇ ਬਣ ਜਾਂਦੀਆਂ ਨੇ। ਜਿਵੇਂ ਜਥੇਬੰਦੀਆਂ ਦੇ ਦਰਮਿਆਨ ਕਈ ਵਾਰੀ ਇਖਤਲਾਫ ਨਜ਼ਰ ਆਉਂਦੇ ਨੇ, ਆਗੂਆਂ ਦੇ ਬਿਆਨ ਵੱਖਰੇ ਨਜ਼ਰ ਆਉਂਦੇ ਆ। ਫਿਰ ਨੌਜਵਾਨ ਕਿਹਾ ਜਾਂਦਾ ਹੈ ਕਿ ਨੌਜਵਾਨ ਅਲੱਗਾ ਹੋ ਗਿਆ ਇਸ ਅੰਦੋਲਨ ਦੇ ਨਾਲੋਂ, ਤੇ ਕੁਝ ਨੌਜਵਾਨ ਵਿਸ਼ੇਸ਼ ਤੌਰ ਤੇ ਨਾਮ ਲਿਆ ਜਾਂਦਾ ਦੀਪ ਸਿੱਧੂ ਦਾ, ਲੱਖੇ ਸਿਧਾਣੇ ਦਾ। ਸੋਸ਼ਲ ਮੀਡੀਆ ਤੇ ਇੱਕ ਬੜੀ ਵੱਡੀ ਚਰਚਾ ਚੱਲਦੀ ਹੈ ਕਿ ਲਓ ਜੀ ਇਹਨਾਂ ਦੇ ਨਾਲ ਹੀ ਨੌਜਵਾਨ ਸੀਗੇ, ਸਾਰੇ ਨੌਜਵਾਨ ਇਹਨਾਂ ਦੇ ਨਾਲ ਵੱਖਰੇ ਹੋ ਗਏ, ਕਿਉਂਕਿ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ 35 ਸੱਟੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਗੱਦਾਰ ਐਲਾਨ ਦਿੱਤਾ। ਤੁਸੀਂ ਗਲਤੀ ਕੀਤੀ ਆ, ਗਲਤ ਕਹਿ ਸਕਦੇ ਕਿਸੇ ਨੂੰ। ਤੁਸੀਂ ਵੀ ਸਮਝਦੇ ਹੋ ਕਿ ਗੱਦਾਰ ਦਾ ਟੈਗ ਇਹੋ ਜਿਹਾ ਹੁੰਦਾ ਆ ਜਿਹੜਾ ਕਈ ਪੀੜ੍ਹੀਆਂ ਜਿਹੜਿਆ ਮੱਥੇ ਤੋਂ ਉਤਰਦਾ ਨਹੀਂ ਆ। ਜੁਰਮ ਦੀ ਸਜ਼ਾ ਭੁਗਤ ਸਕਦਾ ਬੰਦਾ, ਪਰ ਟੈਗ ਨਹੀਂ ਉਤਰਦਾ। ਲੱਗਦਾ ਕਿ ਜਥੇਬੰਦੀਆਂ ਨੂੰ ਇਦਾਂ ਦੀਆਂ ਗੱਲਾਂ ਤੋਂ ਥੋੜਾ ਜਿਹਾ ਪਰਹੇਜ਼ਗਾਰੀ ਕਰਨ ਦੀ ਲੋੜ ਆ, ਛੋਟੇ ਵਿਵਾਦਾਂ ਨੂੰ ਦੂਰ ਰੱਖਣ ਦੀ ਲੋੜ ਆ, ਤਾਂ ਕਿ ਵੱਡੀ ਲੜਾਈ ਵੱਡੇ ਮਹੱਤਵ ਦੇ ਨਾਲ ਤੇ ਵੱਡੇ ਜਜ਼ਬੇ ਨਾਲ ਲੜੀ ਜਾਵੇ। ਇੱਕ ਦੂਜੇ ਨਾਲ ਮਿਲ ਬੈਠ ਕੇ ਪ੍ਰੋਗਰਾਮ ਬਣਾਉਂਦੀਆਂ। ਇੱਕ ਤਾਂ ਇਹ ਗੱਲ ਹੈ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਵੀ ਗਦਾਰ ਸ਼ਬਦ ਨਹੀਂ ਵਰਤਿਆ ਗਿਆ। ਹੁਣ ਸਾਡੇ ਦੂਸਰੀ ਇਹ ਗੱਲ ਹੈ ਚੁਣੌਤੀ ਸੀ ਕਿ ਜਿਹੜਾ ਇਹ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਉਹ ਕਿਹਦੀ ਲੜ ਰਹੇ ਹਾਂ? ਵਰਤ ਗਿਆ ਹੈ ਜ਼ਮੀਨ ਦੀ, ਰੋਟੀ ਦੀ। ਨੂੰ ਅਲੱਗ ਮਹਿਸੂਸ ਕਰ ਉਹ ਰੋਟੀ ਕਿਹਦੀ ਖਾਤਰ ਹੈ? ਲੜਾਈ ਕਿਹਦੀ ਖਾਤਰ ਹੈ? ਸਾਡੀ ਪੀੜ੍ਹੀ ਦੀ ਖਾਤਰ ਹੈ, ਸਾਡੇ ਬੱਚਿਆਂ ਦੀ ਖਾਤਰ ਹੈ। ਉਹ ਮੈਂ ਜੇ ਲੜਾਈ ਲੜ ਰਿਹਾ ਨਾ, ਮੈਂ ਵੀ ਆਪਦੇ ਪੁੱਤ ਦੀ ਖਾਤਰ ਲੜਾਈ ਲੜ ਰਿਹਾ। ਮੈਂ ਕਿਸੇ ਦੀ ਖਾਤਰ ਨਹੀਂ ਲੜ ਰਿਹਾ, ਮੈਂ ਆਪਦੇ ਬੱਚੇ ਦੀ ਖਾਤਰ ਲੜ ਰਿਹਾ, ਆਪਦੇ ਪੋਤਰੇ ਦੀ ਖਾਤਰ ਲੜ ਰਿਹਾ। ਸਾਰੇ ਦੇਸ਼ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਲੜਾਈ ਲੜੇ। ਸੋ ਜਿਵੇਂ ਸਾਡਾ ਨੌਜਵਾਨ ਹੈ, ਅੱਗੇ ਵਧਾਏ। ਨੌਜਵਾਨਾਂ ਨੂੰ ਇਹ ਲੜਾਈ ਆ ਜਿਹੜੀ ਆਪਾਂ ਲੜ ਰਹੇ ਹਾਂ ਇਹਨੂੰ ਲੜਨਾ ਪੈਣਾ ਹੈ। ਔਰ ਇਹਨਾਂ ਦੀ ਲੜਾਈ ਹੈ, ਅਸੀਂ ਲੜ ਰਹੇ ਹਾਂ, ਅਸੀਂ ਲੜ ਰਹੇ ਹਾਂ। ਸਾਡੇ ਤੋਂ ਤਾਂ ਸਿਰਫ ਇੱਕੋ ਗੱਲ ਦੀ ਲੋੜ ਹੈ, ਇਹਨਾਂ ਨੂੰ ਹੋਰ ਕੋਈ ਬਹੁਤੀ ਗੱਲ ਨਹੀਂ ਹੈ। ਨੌਜਵਾਨਾਂ ਦੇ ਜੋਸ਼ ਤੋਂ ਬਗੈਰ ਲੜਾਈ ਕਦੇ ਜਿੱਤੀ ਗਈ ਨਹੀਂ, ਨਾ ਜਿੱਤੀ ਜਾ ਸਕਣੀ ਹੈ। ਇਹ ਲੜਾਈ ਜਿੱਤੀ ਹੀ ਨੌਜਵਾਨਾਂ ਨਾਲ ਜਾਣੀ ਹੈ। ਮੰਨ ਲਓ, ਇੱਕ ਦਿਮਾਗ ਨਾਲ ਸੋਚੋ, ਅਸੀਂ 30-32 ਲੀਡਰ ਹੈ, ਕੱਲ ਨੂੰ ਸਾਡੀ ਮੌਤ ਹੋ ਜਾਂਦੀ ਹੈ, ਫਿਰ ਅਸੀਂ ਮੋਰਚਾ ਖੜ ਜੂਗਾ? ਅੰਦੋਲਨ ਨਹੀਂ ਖੜਨਾ। ਸਾਡੇ ਆਉਣ ਵਾਲੀ ਪੀੜ੍ਹੀ ਨੇ, ਆਉਣ ਵਾਲੀ ਜਨਰੇਸ਼ਨ ਨੇ, ਆਉਣ ਵਾਲੀ ਨਸਲ ਨੇ ਇਹ ਲੜਾਈ ਲੜਨੀ ਹੈ ਔਰ ਇਹ ਲੜਾਈ ਲੜਨ ਦੀ ਲੋੜ ਹੈ। ਇਹਨਾਂ ਨੂੰ ਥੋੜਾ ਜਿਹਾ ਸਿੱਖ ਕੇ ਅੰਦੋਲਨ ਨੂੰ ਕਿਵੇਂ ਲੜਨਾ ਹੈ, ਕਿਵੇਂ ਅੱਗੇ ਤੋਰਨਾ ਹੈ, ਕਿਵੇਂ ਇਹਨੂੰ ਜਿੱਤਣਾ ਹੈ, ਇੰਨਾ ਸਿੱਖਣ ਦੀ ਲੋੜ ਹੈ। ਔਰ ਕੋਈ ਇਹੋ ਜਿਹੀ ਗੱਲ ਨਹੀਂ, ਸਾਰੇ ਨੌਜਵਾਨ ਬੱਚੇ ਸਾਡੇ ਨੇ, ਉਹ ਸਾਡੇ ਧੀਆਂ ਪੁੱਤ ਹੈ, ਉਹਨਾਂ ਚੋਂ ਕੋਈ ਕਿਸੇ ਨੂੰ ਅਸੀਂ ਬਾਹਰ ਨਹੀਂ ਜਾਣ ਦਿਆਂਗੇ। ਸਾਰਿਆਂ ਨੂੰ ਅਸੀਂ ਆਪਦੀ ਬੁੱਕਲ 'ਚ, ਜੇ ਮੈਂ ਚਾਹਣਾ ਹੈ ਕਿ ਮੇਰਾ ਪੁੱਤ ਮੇਰੀ ਬੁੱਕਲ 'ਚ ਆਵੇ, ਕਿ ਇਹਨਾਂ ਦਾ ਦਾਦਾ ਨਹੀਂ ਚਾਹੁੰਦਾ ਵੀ ਇਹ ਮੇਰੀ ਬੁੱਕਲ 'ਚ ਹੋਵੇ? ਹਰ ਦਾਦਾ ਬੈਠਾ ਹੈ ਮੋਰਚੇ 'ਚ, ਤਾਂ ਉਹਦਾ ਪੋਤਰਾ ਵੀ ਨਾਲ ਬੈਠਾ ਹੈ, ਕੋਈ ਦੂਰ ਨਹੀਂ ਹੈ। ਸਾਰੇ ਮਿਲ ਕੇ ਲੜ ਰਹੇ ਹਾਂ।
ਲੜਾਂਗੇ। ਜਿਹੜੇ ਕੋਈ ਮਾੜੀ ਮੋਟੀ ਕਿਸੇ ਤਰ੍ਹਾਂ ਦੀ ਬੀਜੇਪੀ ਦੇ ਆਈਟੀ ਸੈੱਲ ਹੋਰ ਤਰ੍ਹਾਂ ਤਰ੍ਹਾਂ ਦੀਆਂ ਤਾਕਤਾਂ ਨੇ ਬਹੁਤ ਕੁਝ ਫੈਲਾਉਣ ਦਾ ਯਤਨ ਕੀਤਾ ਔਰ ਉਹਦੇ ਕੋਸ਼ਿਸ਼ ਇਹ ਕੀਤੀ ਵੀ ਸ਼ਾਇਦ ਨੌਜਵਾਨ ਸਾਤੋਂ ਦੂਰ ਹੋ ਗਿਆ। ਆ ਤੁਹਾਡਾ ਆ ਸਾਰੇ ਨੌਜਵਾਨ ਹੀ ਖੜੇ ਨਜ਼ਰ ਆ ਰਹੇ ਨੇ, ਦੂਰ ਨਹੀਂ ਹੈ, ਅੰਦੋਲਨ ਦੇ ਨਾਲ ਹੈ। ਚੰਗੀ ਗੱਲ ਇਹ ਹੈ ਕਿ ਕਿਸਾਨ ਮੋਰਚੇ ਨੇ ਵੀ ਆਪਣਾ ਆਈਟੀ ਸੈੱਲ ਬਣਾ ਲਿਆ ਔਰ ਮੁਕਾਬਲਾ ਬਰਾਬਰ ਦਿੱਤਾ ਜਾ ਰਿਹਾ ਹੈ। ਜੀ ਆਖਰੀ ਸਵਾਲ ਮੈਂ ਇੱਕ ਪੁੱਛਣਾ ਚਾਹੁੰਦਾ, ਮੈਂ ਇੱਕ ਬੇਨਤੀ, ਲੱਖਾ ਸਿਧਾਣਾ ਜਿਹਨੂੰ ਲੋਕ ਆਈਟੀ ਸੈੱਲ ਨੇ ਪੂਰਾ ਜ਼ੋਰ ਲਾਤਾ, ਲੇਕਿਨ ਲੱਖੇ ਨੇ ਕੀ ਕਿਹਾ? ਉਹਨੇ ਕਿਹਾ ਵੀ ਮੈਂ ਕਿਸਾਨ ਜਥੇਬੰਦੀਆਂ ਦੇ ਨਾਲ ਖੜਾ, ਨਾਲ ਖੜਾ ਨਾ। ਉਹ ਚੀਜ਼ ਨੂੰ ਆਈਟੀ ਸੈੱਲ ਨੇ ਨਹੀਂ ਉਭਾਰਿਆ। ਮਾੜੀ ਜਿਹੀ ਇੱਕ ਗੱਲ ਤਾਂ ਉਹਨੂੰ ਕਿੰਨਾ ਜ਼ੋਰ ਲਾ ਕੇ ਉਭਾਰ ਦਿੰਦੇ ਆ। ਹੁਣ ਸਾਡਾ ਜਿਹੜਾ ਆਈਟੀ ਸੈੱਲ ਹੈ ਇੱਕ ਬਣਿਆ, ਉਹਦੇ 10 ਫੇਕ ਆਈਡੀਆਂ ਬਣ ਗਈਆਂ। ਸਾਡੇ ਵਾਲੀ ਨੇ ਤਾਂ ਸਾਡੀ ਗੱਲ ਕਰਨੀ ਹੈ, ਉਹ ਜਿਹੜੀਆਂ 10 ਫੇਕ ਹੈ ਉਹਨਾਂ ਨੂੰ ਊਟ ਪਟਾਂਗ ਦੇਣ ਤੇ ਜ਼ੋਰ ਲਾ ਦੇਣਾ। ਸੋ ਮੇਰਾ ਮਤਲਬ ਇਹ ਹੈ ਕਿ ਇਹੋ ਜਿਹਾ ਬਹੁਤ ਕੁਛ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਬੱਚੇ ਸਾਡੇ ਹੈ, ਇਹਨਾਂ ਤੋਂ ਬਗੈਰ ਅੰਦੋਲਨ, ਮੇਰਾ ਮੰਨਣਾ ਹੈ, ਮੈਂ ਕਿਸੇ ਦੀ ਗੱਲ ਨਹੀਂ ਕਰਦਾ ਕਿ ਇਹਨਾਂ ਨੂੰ ਨਾਲ ਲੈ ਬਗੈਰ, ਇਹਨਾਂ ਨੂੰ ਬੁੱਕਲ 'ਚ ਲੈ ਬਿਨਾ, ਇਹਨਾਂ ਨੂੰ ਕਲਾਵੇ 'ਚ ਲੈ ਬਿਨਾ ਅੰਦੋਲਨ ਜਿੱਤਿਆ ਹੀ ਨਹੀਂ ਜਾ ਸਕਦਾ। ਅੰਦੋਲਨ ਜਿੱਤਣ ਲਈ ਇਹਨਾਂ ਦੀ ਤਾਕਤ ਦੀ ਲੋੜ ਹੈ, ਇਹਨਾਂ ਦੇ ਰਾਹ ਦਸੇਰੇ ਬਣਨ ਦੀ ਲੋੜ ਹੈ। ਇਹਨਾਂ ਨੂੰ ਦੱਸ ਕੇ ਵੀ ਆਓ ਐਨੂੰ ਚੱਲਣਾ ਹੈ, ਜਿੱਤਾਂਗੇ ਹਰ ਹਾਲ 'ਚ। ਆਖਰੀ ਸਵਾਲ ਹੈ, ਕਹਿੰਦੇ ਪੱਥਰ ਦੇ ਉੱਤੇ ਜੇ ਪਾਣੀ ਦੀ ਬੂੰਦ ਵੀ ਟਿਪ ਟਿਪ ਕਰਕੇ ਲਗਾਤਾਰ ਡਿੱਗਦੀ ਰਵੇ ਤਾਂ ਉਹਦੇ ਵਿੱਚ ਵੀ ਸੁਰਾਖ ਹੋ ਜਾਂਦਾ। ਤੇ ਤੁਸੀਂ ਜਾ ਕੇ ਆਇਓ ਪੱਛਮੀ ਬੰਗਾਲ ਦੇ ਵਿੱਚ, ਤੋਮਰ ਸਾਹਿਬ ਕਹਿੰਦੇ ਆ ਕੋਈ ਫਾਇਦਾ ਨਹੀਂ, ਆਪਣੇ ਮਸਲੇ ਨਹੀਂ ਹੱਲ ਕਰ ਸਕੇ ਤਾਂ ਪੱਥਰਾਂ ਨਾਲ ਮੱਥਾ ਮਾਰਨ ਗਏ। ਉਹਨਾਂ ਪੱਥਰਾਂ ਦੇ ਕੋਈ ਸੁਰਾਖ ਕਰਕੇ ਆਇਓ, ਕੁਝ ਜਗਾ ਕੇ ਆਇਓ ਹਲਕ। ਮੈਂ ਨਰਿੰਦਰ ਤੋਮਰ ਨੂੰ ਪੁੱਛਣਾ ਚਾਹਣਾ ਹੈ ਕਿ ਜਿੱਥੇ ਬਹੁਤ ਸਾਰੇ ਕਿਸਾਨਾਂ, ਤੈਨੂੰ ਐਡਾ ਫਿਕਰ ਕਿਉਂ ਪਿਆ ਵੀ ਪੱਥਰਾਂ 'ਚ ਪਾਣੀ, ਪੱਥਰਾਂ ਨਾਲ ਮੱਥਾ ਕਿਉਂ ਮਾਰਨਗੇ? ਉਹਦਾ ਮਤਲਬ ਇਹੀ ਹੈ ਕਿ ਉਹਨੂੰ ਡਰ ਪੈਦਾ ਹੋਇਆ, ਉੱਥੇ ਕੁਛ ਨਾ ਕੁਛ ਸੱਟ ਵੱਜੀ ਨਜ਼ਰ ਆ ਰਹੀ ਹੈ, ਤਾਂ ਹੀ ਤੜਫੀ ਹੈ ਇਹ ਬੀਜੇਪੀ। ਔਰ ਸਾਡੇ ਉੱਥੇ ਜਾਣ ਤੋਂ ਪਹਿਲਾਂ ਇਹਨਾਂ ਦੀਆਂ ਵੱਡੀਆਂ ਜਿਹੜੀਆਂ ਵਿਕਟਾਂ ਹੈ ਉਹ ਡਿੱਗਣੀਆਂ ਸ਼ੁਰੂ ਹੋਈਆਂ ਔਰ ਬਹੁਤ ਵੱਡੀ ਪੱਧਰ ਦੇ ਉੱਤੇ ਇਹ ਵਿਕਟਾਂ ਡਿੱਗਣਗੀਆਂ। ਔਰ ਬਾਅਦ ਤੁਸੀਂ ਦੇਖੋਗੇ ਥੋੜੇ ਸਮੇਂ ਦੇ ਵਿੱਚ ਬੀਜੇਪੀ ਨੂੰ ਗੋਡੇ ਟੇਕਣੇ ਪੈਣਗੇ, ਇਹ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੈ ਉਹ ਮੰਨਣੀਆਂ ਪੈਣਗੀਆਂ। ਬਹੁਤ ਬਹੁਤ ਸ਼ੁਕਰੀਆ ਜਗਜੀਤ ਸਿੰਘ ਡੱਲੇਵਾਲ ਜੀ। ਸੋ ਇਹ ਜਗਜੀਤ ਸਿੰਘ ਡੱਲੇਵਾਲ ਹੋਰੀ ਸੀ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਆ ਕਿ ਨੌਜਵਾਨ ਸਾਡੇ ਨਾਲ ਨੇ ਔਰ ਨਾਲ ਦੀ ਨਾਲ ਮਹੱਤਵਪੂਰਨ ਐਲਾਨ ਜਿਹੜਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਵਿਕਟਾਂ ਡਿੱਗਣਗੀਆਂ। ਕਿਹੜੀਆਂ ਡਿੱਗਦੀਆਂ ਨੇ, ਕਦੋਂ ਡਿੱਗਦੀਆਂ ਨੇ ਤੇ ਕਿੰਨੀਆਂ ਡਿੱਗਦੀਆਂ ਨੇ, ਇਹ ਦੇਖਣਾ ਹੋਏਗਾ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਬੰਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।